ਗਲੋਬਲ ਪੱਧਰ ਉੱਤੇ ਕੈਨੇਡਾ ਨੂੰ ਆਪਣਾ ਪ੍ਰਭਾਵ ਵਧਾਉਣ ਦੀ ਲੋੜ। ਜੌਲੀ। ਵਿਦੇਸ਼ ਮੰਤਰੀ ਮੇਲੇਨੀ ਜੌਲੀ ਦਾ ਕਹਿਣਾ ਹੈ ਕਿ ਗਲੋਬਲ ਪੱਧਰ ਉੱਤੇ ਹੋ ਰਹੀਆਂ ਤਬਦੀਲੀਆਂ, ਯੂਕਰੇਨ ਦੀ ਜੰਗ ਤੇ ਚੀਨ ਨਾਲ ਗੁੰਝਲਦਾਰ ਸਬੰਧਾਂ ਦੇ ਚੱਲਦਿਆਂ ਕੈਨੇਡਾ ਨੂੰ ਵਿਸ਼ਵ ਮੰਚ ਉੱਤੇ ਆਪਣਾ ਪ੍ਰਭਾਵ ਵਧਾਉਣ ਦੇ ਲਈ ਹੰਭਲਾ ਮਾਰਨਾ ਹੋਵੇਗਾ। ਇੱਕ ਇੰਟਰਵਿਊ ਵਿੱਚ ਜੌਲੀ ਨੇ ਆਖਿਆ ਹੈ ਕਿ ਉਹ ਘਰੇਲੂ ਪੱਧਰ ਉੱਤੇ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਕੈਨੇਡਾ ਦੇ ਡਿਪਲੋਮੈਟਸ ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਮਾਹਿਰ ਹੋਣ ਅਤੇ ਵਿਦੇਸ਼ਾਂ ਵਿੱਚ ਕੰਮ ਕਰਦਿਆਂ ਉਹਨਾਂ ਵੱਲੋਂ ਅਹਿਮ ਮੁੱਦਿਆਂ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇ, ਖਾਸ ਤੌਰ ਉੱਤੇ ਜਦੋਂ ਗੱਲ ਯੂਕਰੇਨ, ਇੰਡੋ ਪੈਸੀਫਿਕ ਰੀਜਨ ਤੇ ਆਰਕਟਿਕ ਦੀ ਆਉਂਦੀ ਹੈ ਤਾਂ ਸਾਨੂੰ ਖਾਸ ਇਹਤਿਆਤ ਵਰਤਣ ਦੀ ਲੋੜ ਹੈ। ਜੌਲੀ ਨੇ ਆਖਿਆ ਹੈ ਕਿ ਵਿਸ਼ਵ ਪੱਧਰ ਉੱਤੇ ਸ਼ਕਤੀਆਂ ਦਾ ਢਾਂਚਾ ਬਦਲ ਰਿਹਾ ਹੈ ਅਤੇ ਸਾਨੂੰ ਆਪਣੀਆਂ ਕਦਰਾਂ ਕੀਮਤਾਂ ਨਾਲ ਸਮਝੌਤਾ ਕੀਤੇ ਬਿਨਾਂ ਆਪਣੇ ਹਿੱਤਾਂ ਦੀ ਰਾਖੀ ਕਰਨੀ ਹੋਵੇਗੀ ਅਤੇ ਇਸ ਦੇ ਨਾਲ ਹੀ ਸਾਨੂੰ ਆਪਣਾ ਪ੍ਰਭਾਵ ਵੀ ਵਧਾਉਣਾ ਹੋਵੇਗਾ। ਉਹਨਾਂ ਇਹ ਵੀ ਆਖਿਆ ਹੈ ਕਿ ਸ਼ਕਤੀਆਂ ਵਿੱਚ ਹੋ ਰਹੇ ਢਾਂਚਾਗਤ ਬਦਲਾਅ ਪਿੱਛੇ ਬਹੁਤਾ ਕਰਕੇ ਚੀਨ ਤੇ ਇੰਡੋ ਪੈਸੀਫਿਕ ਰੀਜਨ ਜ਼ਿੰਮੇਵਾਰ ਹਨ। ਇਸ ਦੌਰਾਨ ਨਾ ਤਾਂ ਜੌਲੀ ਤੇ ਨਾ ਹੀ ਚੀਨ ਵਿੱਚ ਕੈਨੇਡਾ ਦੀ ਸਫੀਰ ਜੈਨੀਫਰ ਮੇ ਨੇ ਚੀਨ ਨਾਲ ਸਬੰਧਾਂ ਨੂੰ ਵਿਰੋਧਾਤਮਕ ਦੱਸਿਆ, ਸਗੋਂ ਦੋਵਾਂ ਨੇ ਆਖਿਆ ਕਿ ਇਹ ਸਬੰਧ ਗੁੰਝਲਦਾਰ ਹਨ। ਜ਼ਿਕਰਯੋਗ ਹੈ ਕਿ ਕੈਨੇਡੀਅਨ ਸਿਆਸਤ ਵਿੱਚ ਚੀਨੀ ਦਖਲਅੰਦਾਜ਼ੀ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਕਾਫੀ ਉਲਝ ਚੁੱਕੇ ਹਨ। ਲੋ ਵੱਧਦੇ ਹਾਂ ਅਗਲੀ ਖਬਰ ਵੱਲ। ਚਾਓ ਦੀ ਚੜ੍ਹਤ ਬਰਕਰਾਰ, ਬਾਇਲਾਓ ਦੇ ਸਮਰਥਕਾਂ ਵਿੱਚ ਹੋਇਆ ਭਾਰੀ ਵਾਧਾ। ਜੇ ਅੱਜ ਜਿਮਨੀ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਹਰ ਸਾਲ ਓਲੀਵੀਆ ਚਾਓ ਟੋਰਾਂਟੋ ਦੀ ਮੇਅਰ ਚੁਣੀ ਜਾਵੇਗੀ। ਇਹ ਖੁਲਾਸਾ ਐਤਵਾਰ ਨੂੰ ਜਾਰੀ ਕੀਤੇ ਗਏ ਨਵੇਂ ਸਰਵੇਖਣ ਦੇ ਨਤੀਜਿਆਂ ਤੋਂ ਹੋਇਆ। ਫੋਰਮ ਰਿਸਰਚ ਤੇ ਮੇਨ ਸਟਰੀਟ ਰਿਸਰਚ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਅਜੇ ਵੀ ਮੇਅਰ ਦੀ ਦੌੜ ਵਿੱਚ ਚਾਓ ਸਭ ਤੋਂ ਮੂਹਰੇ ਚੱਲ ਰਹੀ ਹੈ, ਪਰ ਜਿੰਨੀ ਲੀਡ ਉਸ ਨੂੰ ਪਹਿਲਾਂ ਮਿਲੀ ਹੋਣੀ ਸੀ ਉਹ ਨਹੀਂ ਸੀ ਰਹਿ ਗਈ। ਇਹ ਹੁਣ ਮੇਅਰ ਦੇ ਅਹੁਦਿਆਂ ਦੀਆਂ ਚੋਣਾਂ ਸੰਬੰਧੀ ਮੇਨ ਸਟਰੀਟ ਪੋਲ ਵੱਲੋਂ ਪਹਿਲਾਂ ਕਰਵਾਏ ਗਏ ਸਰਵੇਖਣਾਂ ਵਿੱਚ ਚਾਓ 34% ਤੈਅਸ਼ੁਦਾ ਵੋਟਰਾਂ ਦੀ ਪਸੰਦ ਰਹੀ ਹੈ ਤੇ ਫੋਰਮ ਪੋਲ ਵਿੱਚ 29% ਵੋਟਰਾਂ ਦੀ ਪਹਿਲ ਪਸੰਦ ਵੀ ਚਾਓ ਹੀ ਰਹੀ ਹੈ। ਉਸ ਤੋਂ 9 ਅੰਕ ਪਿੱਛੇ ਐਨਾ ਬਾਇਲਾਓ ਚੱਲ ਰਹੀ ਹੈ। ਮੇਨ ਸਟਰੀਟ ਅਨੁਸਾਰ ਬਾਇਲਾਓ ਨੂੰ 25% ਸਮਰਥਕਾਂ ਦਾ ਸਮਰਥਨ ਹਾਸਲ ਹੋ ਰਿਹਾ ਹੈ ਤੇ ਫੋਰਮ ਅਨੁਸਾਰ 20% ਸਮਰਥਕ ਉਸ ਦੇ ਨਾਲ ਹਨ। ਸਾਬਕਾ ਮੇਅਰ ਜੌਨ ਟੋਰੀ ਵੱਲੋਂ ਪਿਛਲੇ ਬੁੱਧਵਾਰ ਬਾਇਲਾਓ ਦੇ ਹੱਕ ਵਿੱਚ ਨਿਤਰਨ ਤੋਂ ਬਾਅਦ ਉਸ ਦੇ ਸਮਰਥਕਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਮੇਨ ਸਟਰੀਟ ਰਿਸਰਚ ਦੇ ਹੈੱਡ ਕਿਟੋ ਮੈਗੀ ਨੇ ਆਖਿਆ ਹੈ ਕਿ ਭਾਵੇਂ ਚਾਓ ਦੇ ਨੇੜੇ ਤੇੜੇ ਪਹੁੰਚਣਾ ਵੀ ਹੋਰਨਾਂ ਉਮੀਦਵਾਰਾਂ ਦੇ ਲਈ ਇਸ ਸਮੇਂ ਕਾਫੀ ਮੁਸ਼ਕਿਲ ਹੈ, ਪਰ ਬਾਇਲਾਓ ਹੀ ਅਜਿਹੀ ਉਮੀਦਵਾਰ ਹੈ ਜਿਹੜੀ ਚਾਓ ਦੇ ਇੰਨਾ ਨੇੜੇ ਪਹੁੰਚੀ ਹੈ। ਫੋਰਮ ਰਿਸਰਚ ਦੇ ਪ੍ਰੈਜ਼ੀਡੈਂਟ ਡਾਕਟਰ ਲੌਰਨ ਬਾਜ਼ੀਨੌਫ ਨੇ ਆਖਿਆ ਹੈ ਕਿ ਪਿਛਲੇ 3 ਹਫ਼ਤਿਆਂ ਵਿੱਚ ਚਾਓ ਦੀ ਮਕਬੂਲੀਅਤ ਵਿੱਚ 3 ਅੰਕਾਂ ਦੀ ਆਈ ਇਹ ਤੀਜੀ ਗਿਰਾਵਟ ਹੈ, ਜਿਸ ਤੋਂ ਭਾਵ ਹੈ ਕਿ ਪਿਛਲੇ 3 ਹਫ਼ਤਿਆਂ ਤੋਂ ਚਾਓ ਦੇ ਸਮਰਥਕਾਂ ਦੀ ਗਿਣਤੀ ਰੋਜ਼ਾਨਾ 0.5% ਦੇ ਹਿਸਾਬ ਨਾਲ ਘਟ ਰਹੀ ਹੈ। ਉਹਨਾਂ ਆਖਿਆ ਕਿ ਭਾਵੇਂ ਬਾਇਲਾਓ ਨੂੰ ਦੇਰ ਨਾਲ ਤੇ ਮਾਮੂਲੀ ਸਮਰਥਨ ਹਾਸਲ ਹੋਇਆ ਹੈ, ਪਰ ਇਸ ਦੇ ਨਾਲ ਉਸ ਦਾ ਦੂਜਾ ਸਥਾਨ ਪੱਕਾ ਹੋ ਗਿਆ ਹੈ। ਜੇ 1 ਹਫ਼ਤਾ ਪਹਿਲਾਂ ਸਾਬਕਾ ਮੇਅਰ ਦਾ ਥਾਪੜਾ ਬਾਇਲਾਓ ਨੂੰ ਮਿਲਿਆ ਹੁੰਦਾ ਤਾਂ ਇਸ ਸਮੇਂ ਸਥਿਤੀ ਹੋਰ ਹੀ ਹੋਣੀ ਸੀ। ਲੋ ਵੱਧਦੇ ਹਾਂ ਅਗਲੀ ਖਬਰ ਵੱਲ। ਰਵੀ ਸਿੰਘ ਪਰਮਾਰ ਨੇ ਵਧਾਇਆ ਮਾਣ, ਬ੍ਰਿਟਿਸ਼ ਕੋਲੰਬੀਆ ਵਿੱਚ ਬਣਿਆ ਵਿਧਾਇਕ। ਕੈਨੇਡਾ ਵਿਖੇ ਸਕੇ ਸਕੂਲ ਡਿਸਟ੍ਰਿਕਟ ਬੋਰਡ ਦੇ ਚੇਅਰ ਅਤੇ NDP ਉਮੀਦਵਾਰ ਰਵੀ ਸਿੰਘ ਪਰਮਾਰ ਸ਼ਨੀਵਾਰ ਨੂੰ ਲੈਂਗਫੋਰਡ ਜੋਨ ਡੀ ਫੂਕਾ ਲਈ ਵਿਧਾਇਕ ਚੁਣੇ ਗਏ। ਸੀਟ ਉਦੋਂ ਖਾਲੀ ਹੋਈ ਜਦੋਂ ਸਾਬਕਾ ਪ੍ਰੀਮੀਅਰ ਜੌਨ ਹੌਰਗਨ ਮਾਰਚ ਦੇ ਅੰਤ ਵਿੱਚ ਸੇਵਾ ਮੁਕਤ ਹੋਏ। 28 ਸਾਲ ਦੀ ਉਮਰ ਵਿੱਚ ਪਰਮਾਰ ਸਹੁੰ ਚੁੱਕਣ ਵੇਲੇ ਮੌਜੂਦਾ BC ਵਿਧਾਨ ਸਭਾ ਵਿੱਚ ਸਭ ਤੋਂ ਘੱਟ ਉਮਰ ਦੇ ਵਿਧਾਇਕ ਹੋਣਗੇ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿਧਾਨ ਸਭਾ ਹਲਕਾ ਲੈਂਗਫੋਰਡ ਜੋਨ ਦੇ ਫੂਕਾ ਵਿਖੇ ਜ਼ਮੀਨੀ ਚੋਣ ਦੇ ਲਈ ਵੋਟਾਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਪਈਆਂ ਅਤੇ ਐਲਾਨੇ ਗਏ ਨਤੀਜੇ ਵਿੱਚ ਰਵੀ ਸਿੰਘ ਪਰਮਾਰ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਜਿੱਤ ਮਗਰੋਂ ਰਵੀ ਸਿੰਘ ਨੇ ਦੋਸਤਾਂ ਅਤੇ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਲੈਂਗਫੋਰਡ ਜੋਨ ਦੇ ਫੂਕਾ ਵਿਧਾਨ ਸਭਾ ਸੀਟ ਬ੍ਰਿਟਿਸ਼ ਕੋਲੰਬੀਆ ਦੇ 2 ਵਾਰ ਮੁੱਖ ਮੰਤਰੀ ਰਹੇ ਜੌਨ ਹੌਰਗਨ ਵੱਲੋਂ ਸਿਆਸਤ ਤੋਂ ਸੰਨਿਆਸ ਲੈਣ ਤੋਂ ਬਾਅਦ ਖਾਲੀ ਹੋਈ ਸੀ, ਜਿਸ ਦੇ ਲਈ ਜਿਮਨੀ ਚੋਣ ਹੋਈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਇਲਪੁਰ ਨੇੜਲੇ ਪਿੰਡ ਜੰਗਲੀਆਣਾ ਨਾਲ ਸੰਬੰਧਿਤ ਰਵੀ ਸਿੰਘ ਪਰਮਾਰ 2014 ਵਿੱਚ ਪਹਿਲੀ ਵਾਰ ਸੂਕ ਸ਼ਹਿਰ ਦੇ ਸਕੂਲ ਬੋਰਡ ਦਾ ਟਰੱਸਟੀ ਚੁਣਿਆ ਗਿਆ ਸੀ। ਉਦੋਂ ਉਹ 20 ਸਾਲ ਦਾ ਸੀ। ਉਹ ਸੂਕ ਸਕੂਲ ਸਿੱਖਿਆ ਬੋਰਡ ਦਾ 3 ਵਾਰ ਟਰੱਸਟੀ ਤੇ 2 ਵਾਰ ਚੇਅਰਮੈਨ ਰਹਿ ਚੁੱਕਾ ਹੈ ਅਤੇ ਵਿਧਾਇਕ ਲਈ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿਤਰਿਆ ਸੀ। ਰਵੀ ਸਿੰਘ ਪਰਮਾਰ ਦੀ ਜਿੱਤ ਨਾਲ ਸੂਬੇ ਵਿੱਚ ਪੰਜਾਬੀ ਵਿਧਾਇਕਾਂ ਦੀ ਗਿਣਤੀ 10 ਹੋ ਗਈ ਹੈ। ਲੋ ਵੱਧਦੇ ਹਾਂ ਅਗਲੀ ਖਬਰ ਵੱਲ। ਅੱਤਵਾਦੀ ਨਿੱਜਰ ਦੇ ਕਤਲ ਤੋਂ ਬੌਖਲਾਏ ਖਾਲਿਸਤਾਨੀ ਸਮਰਥਕ, ਕੈਨੇਡਾ ਵਿੱਚ ਫਿਰ ਤਿਰੰਗੇ ਤੇ ਪੈਰ ਰੱਖ ਕੇ ਅਪਮਾਨ। ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਖਾਲਿਸਤਾਨ ਟਾਈਗਰ ਫੋਰਸ ਦੇ ਚੀਫ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਕੈਨੇਡਾ ਵਿੱਚ ਰਹਿਣ ਵਾਲੇ ਖਾਲਿਸਤਾਨੀ ਸਮਰਥਕ ਬੌਖਲਾਹਟ ਵਿੱਚ ਆਪਣੇ ਹੋਸ਼ ਗਵਾ ਬੈਠੇ ਹਨ। ਕੈਨੇਡਾ ਵਿੱਚ ਵੈਨਕੂਵਰ ਦੇ ਭਾਰਤੀ ਵਣਜ ਦੂਤ ਘਰ ਦੇ ਸਾਹਮਣੇ ਨਿੱਜਰ ਦੇ ਕਤਲ ਤੋਂ ਬੌਖਲਾਏ ਖਾਲਿਸਤਾਨੀ ਸਮਰਥਕਾਂ ਨੇ ਤਿਰੰਗੇ ਦਾ ਅਪਮਾਨ ਕੀਤਾ। ਨਾਰੰਗੀ ਪਟਕੇ ਪਹਿਨ ਕੇ ਪ੍ਰਦਰਸ਼ਨਕਾਰੀ ਖਾਲਿਸਤਾਨ ਦਾ ਝੰਡਾ ਉਠਾ
ਕੇ ਖੜੇ ਸਨ। ਇਹਨਾਂ ਵਿੱਚ ਕੁਝ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਜ਼ਮੀਨ ਤੇ ਵਿਛਾ ਕੇ ਇਸ ਤੇ ਖੜੇ ਹੋਏ ਨਜ਼ਰ ਆਏ। ਇਸ ਘਟਨਾਕ੍ਰਮ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਖਾਲਿਸਤਾਨੀ ਸਮਰਥਕਾਂ ਦੀਆਂ ਕੁਝ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਉਹ ਤਿਰੰਗੇ ਨੂੰ ਪਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਖਾਲਿਸਤਾਨੀ ਸਮਰਥਕ ਅੱਤਵਾਦੀ ਨਿੱਜਰ ਦੇ ਕਤਲ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਹਾਲਾਂਕਿ ਕੈਨੇਡਾ ਪੁਲਿਸ ਨੇ ਇਸ ਕਤਲ ਵਿੱਚ ਕਿਸੇ ਵੀ ਵਿਦੇਸ਼ੀ ਭੂਮਿਕਾ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਮਾਮਲੇ ਵਿੱਚ ਜਾਂਚ ਜਾਰੀ ਹੈ। ਵਿਰੋਧ ਪ੍ਰਦਰਸ਼ਨ ਕਰਨ ਵਾਲੇ ਆਯੋਜਕਾਂ ਵਿੱਚੋਂ ਇੱਕ ਖਾਲਿਸਤਾਨੀ ਸਮਰਥਕ ਗੁਰਕੀਰਤ ਸਿੰਘ ਨੇ ਕਿਹਾ ਹੈ ਕਿ ਨਿੱਜਰ ਨੇ ਆਪਣੀ ਮੌਤ ਦੇ ਦਿਨ ਗੁਰੂ ਨਾਨਕ ਸਿੱਖ ਗੁਰਦੁਆਰੇ ਦੀ ਪਾਰਕਿੰਗ ਵਿੱਚ ਹੋਈ ਗੋਲੀਬਾਰੀ ਤੋਂ ਕੁਝ ਘੰਟੇ ਪਹਿਲਾਂ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਕੈਨੇਡੀਆਈ ਖੁਫੀਆ ਅਧਿਕਾਰੀਆਂ ਨੇ ਹਮਲੇ ਦੀ ਚੇਤਾਵਨੀ ਦਿੱਤੀ ਸੀ। ਉਹਨਾਂ ਕਿਹਾ ਹੈ ਕਿ ਜਦੋਂ ਤੋਂ ਸਾਡੇ ਨੇਤਾਵਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਜਾਨ ਖਤਰੇ ਵਿੱਚ ਹੋ ਸਕਦੀ ਹੈ ਤਾਂ ਸਾਨੂੰ ਇਹ ਮੰਨਣ ਦਾ ਪੂਰਾ ਹੱਕ ਹੈ ਕਿ ਇਸ ਵਿੱਚ ਵਿਦੇਸ਼ੀ ਦਖਲ ਸ਼ਾਮਲ ਹੋ ਸਕਦਾ ਹੈ। ਕੈਨੇਡਾ ਦੇ ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਿਕ ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਨਿੱਜਰ ਦਾ ਕਤਲ ਭਾਰਤ ਦੀ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਵਕਾਲਤ ਕਰਨ ਕਾਰਨ ਉਹਨਾਂ ਦੀ ਸਰਗਰਮ ਭੂਮਿਕਾ ਨਾਲ ਜੁੜਿਆ ਹੈ। ਲੋ ਵਧਦੇ ਹਾਂ ਅਗਲੀ ਖਬਰ ਵੱਲ। ਵੈਨਕੂਵਰ ਵਿੱਚ ਨਿੱਜਰ ਦੇ ਸਮਰਥਕਾਂ ਨੇ ਭਾਰਤੀ ਕੌਂਸੂਲੇਟ ਸਾਹਮਣੇ ਕੀਤਾ ਪ੍ਰਦਰਸ਼ਨ, ਕਤਲ ਨੂੰ ਵਿਦੇਸ਼ੀ ਦਖਲ ਦਿੱਤਾ ਕਰਾਰ। ਕੈਨੇਡਾ ਵਿਖੇ ਬੀਤੇ ਦਿਨੀ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਜਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਨਿੱਜਰ ਇੱਥੇ ਮੈਟਰੋ ਵੈਨਕੂਵਰ ਸਿੱਖ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ। ਗੁਰਦੁਆਰਾ ਸਾਹਿਬ ਦੇ ਇੱਕ ਵਲੰਟੀਅਰ ਗੁਰਕੀਰਤ ਸਿੰਘ ਨੇ ਦੱਸਿਆ ਹੈ ਕਿ ਹਰਦੀਪ ਸਿੰਘ ਨਿੱਜਰ ਨੂੰ ਪਤਾ ਸੀ ਕਿ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਕਿਉਂਕਿ ਕੈਨੇਡੀਅਨ ਖੁਫੀਆ ਅਧਿਕਾਰੀਆਂ ਦੁਆਰਾ ਵੀ ਉਸ ਨੂੰ ਚੇਤਾਵਨੀ ਦਿੱਤੀ ਗਈ ਸੀ। ਇਸ ਦੌਰਾਨ ਕੈਨੇਡਾ ਦੇ ਸਿੱਖ ਭਾਈਚਾਰੇ ਦੇ ਮੈਂਬਰ 200 ਤੋਂ ਵੱਧ ਹੋਰ ਲੋਕਾਂ ਨਾਲ ਵੈਨਕੂਵਰ ਦੇ ਭਾਰਤੀ ਕੌਂਸੂਲੇਟ ਸਾਹਮਣੇ ਸ਼ਨੀਵਾਰ ਨੂੰ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਗੁਰਦੁਆਰਾ ਮੈਂਬਰਾਂ ਦਾ ਪੱਕਾ ਵਿਸ਼ਵਾਸ ਹੈ ਕਿ ਨਿੱਜਰ ਦੀ ਮੌਤ ਵਿਦੇਸ਼ੀ ਦਖਲਅੰਦਾਜ਼ੀ ਦਾ ਨਤੀਜਾ ਸੀ। ਸਿੰਘ ਨੇ ਕਿਹਾ ਹੈ ਕਿ ਜਦੋਂ ਉਹ ਸਾਡੇ ਨੇਤਾਵਾਂ ਨੂੰ ਸੂਚਿਤ ਕਰ ਰਹੇ ਹਨ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਤਾਂ ਸਾਨੂੰ ਇਹ ਮੰਨਣ ਦਾ ਪੂਰਾ ਅਧਿਕਾਰ ਹੈ ਕਿ ਇਸ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਸ਼ਾਮਲ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ 18 ਜੂਨ ਨੂੰ ਰਾਤ 8:30 ਵਜੇ ਦੇ ਕਰੀਬ ਗੁਰਦੁਆਰਾ ਪਾਰਕਿੰਗ ਤੋਂ ਬਾਹਰ ਨਿਕਲਦੇ ਸਮੇਂ ਨਿੱਜਰ ਨੂੰ ਉਸ ਦੀ ਗੱਡੀ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ। ਕਤਲੇਆਮ ਦੇ ਜਾਂਚਕਰਤਾਵਾਂ ਨੇ ਕਿਹਾ ਹੈ ਕਿ ਉਹ ਭਾਰੀ ਕੱਦ ਦੇ 2 ਸ਼ੱਕੀ ਵਿਅਕਤੀਆਂ ਦੀ ਤਲਾਸ਼ ਕਰ ਰਹੇ ਹਨ ਜੋ ਘਟਨਾ ਸਥਾਨ ਤੋਂ ਭੱਜਦੇ ਦੇਖੇ ਗਏ। ਸੰਭਾਵਿਤ ਤੌਰ ਤੇ ਕੁਝ ਬਲਾਕਾਂ ਦੀ ਦੂਰੀ ਤੇ ਖੜਾ ਇੱਕ ਵਾਹਨ ਉਹਨਾਂ ਦੀ ਉਡੀਕ ਕਰ ਰਿਹਾ ਸੀ। ਲੋ ਵਧਦੇ ਹਾਂ ਅਗਲੀ ਖਬਰ ਵੱਲ। ਪੰਨੂ ਆਪਣੇ ਸਾਥੀ ਦੀ ਮੌਤ ਤੇ ਆਪਣੀ ਮੌਤ ਦੇ ਡਰ ਕਾਰਨ ਹੰਝੂ ਵਹਾਉਣ ਵੀ ਨਾ ਪਹੁੰਚਿਆ। ਸਿੱਖ ਫਾਰ ਜਸਟਿਸ ਜੋ ਭਾਰਤ ਤੋਂ ਪੰਜਾਬ ਨੂੰ ਤੋੜ ਵੱਖਰੇ ਰਾਜ ਦੀ ਗੱਲ ਕਰਦਾ ਹੈ ਦਾ ਲੀਗਲ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਕੈਨੇਡਾ ਵਿੱਚ ਕਤਲ ਹੋਏ ਆਪਣੇ ਸਾਥੀ ਹਰਦੀਪ ਸਿੰਘ ਨਿੱਜਰ ਦੀ ਅੰਤਿਮ ਅਰਦਾਸ ਵਿੱਚ ਡਰਦਾ ਸ਼ਾਮਲ ਨਹੀਂ ਹੋਇਆ ਕਿਉਂਕਿ ਉਸ ਨੂੰ ਡਰ ਸੀ ਕਿ ਕਿਤੇ ਕੋਈ ਉਸ ਦਾ ਵੀ ਖਾਤਮਾ ਨਾ ਕਰ ਦੇਵੇ। ਸੈਂਕੜੇ ਮੁੰਡਿਆਂ ਨੂੰ ਭਾਰਤ ਖਿਲਾਫ ਰੁਪਏ ਦੇ ਲਾਲਚ ਦੇ ਕੇ ਤੋਰਨ ਵਾਲਾ ਖੁਦ ਪਿਛਲੇ 1 ਹਫ਼ਤੇ ਤੋਂ ਡਰਿਆ ਬੈਠਾ ਹੈ। ਸਿੱਖ ਫਾਰ ਜਸਟਿਸ ਦੇ ਬਹੁਤੇ ਮੈਂਬਰ ਵੈਨਕੂਵਰ ਵਿੱਚ ਤਿਰੰਗੇ ਦਾ ਅਪਮਾਨ ਕਰਦੇ ਵੇਖੇ ਗਏ ਜੋ ਕਿ ਇੰਗਲੈਂਡ ਤੋਂ ਕੈਨੇਡਾ ਗਏ। ਭਾਰਤ ਸਰਕਾਰ ਵੱਲੋਂ ਇੰਗਲੈਂਡ ਤੋਂ ਕੈਨੇਡਾ ਜਾ ਕੇ ਭਾਰਤੀ ਤਿਰੰਗੇ ਦਾ ਅਪਮਾਨ ਕਰਨ ਵਾਲਿਆਂ ਵਿਅਕਤੀਆਂ ਖਿਲਾਫ ਆਪਣਾ ਸਖਤ ਰੋਹ ਜਤਾਇਆ ਗਿਆ ਅਤੇ ਤਿਰੰਗੇ ਦਾ ਅਪਮਾਨ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੇ ਅਨਸਰਾਂ ਨੂੰ ਕੈਨੇਡੀਅਨ ਕਾਨੂੰਨ ਮੁਤਾਬਿਕ ਸਜ਼ਾ ਦਿੱਤੀ ਜਾ ਸਕੇ। ਜ਼ਿਕਰਯੋਗ ਹੈ ਕਿ ਹਰਦੀਪ ਨਿੱਜਰ ਨੂੰ 2 ਵਿਅਕਤੀਆਂ ਵੱਲੋਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਕਾਰ ਪਾਰਕ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਲੋ ਵਧਦੇ ਹਾਂ ਅਗਲੀ ਖਬਰ ਵੱਲ। PM ਮੋਦੀ ਦੀ 3 ਦਿਨਾਂ ਯਾਤਰਾ ਦੌਰਾਨ ਤਿਰੰਗੇ ਦੇ ਰੰਗ ਵਿੱਚ ਰੰਗਿਆ ਅਮਰੀਕਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਦਿਨਾਂ ਇਤਿਹਾਸਿਕ ਯਾਤਰਾ ਦੌਰਾਨ ਪੂਰਾ ਅਮਰੀਕਾ ਤਿਰੰਗੇ ਦੇ ਰੰਗ ਵਿੱਚ ਰੰਗਿਆ ਦਿਖਾਈ ਦਿੱਤਾ। ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਿਚਾਲੇ ਕਈ ਅਹਿਮ ਸਮਝੌਤੇ ਹੋਏ। ਭਾਰਤ ਦੇ ਅਮਰੀਕਾ ਸਥਿਤ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਮੋਦੀ ਦੀ ਇਸ ਇਤਿਹਾਸਿਕ ਯਾਤਰਾ ਨੂੰ ਲੈ ਕੇ ਟਵੀਟ ਕਰਦਿਆਂ ਕਿਹਾ ਕਿ ਭਾਰਤ ਤੇ ਅਮਰੀਕਾ ਵਿਚਾਲੇ ਸਥਾਈ ਦੋਸਤੀ ਤੇ ਭਾਈਵਾਲੀ। ਉਹਨਾਂ ਅੱਗੇ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਪੂਰਾ ਦੇਸ਼ ਤਿਰੰਗੇ ਦੇ ਰੰਗ ਵਿੱਚ ਰੰਗਿਆ ਗਿਆ। ਪ੍ਰਧਾਨ ਮੰਤਰੀ ਮੋਦੀ ਦੀ ਇਸ ਯਾਤਰਾ ਦੌਰਾਨ ਵਾਸ਼ਿੰਗਟਨ DC ਦੀ ਇਮਾਰਤ ਤਿਰੰਗੇ ਦੇ ਰੰਗ ਵਾਲੀਆਂ ਲਾਈਟਾਂ ਨਾਲ ਜਗਮਗਾ ਉੱਠੀ। ਇਸੇ ਤਰ੍ਹਾਂ ਪੈਂਸਿਲਵੇਨੀਆ ਐਵੇਨਿਊ DC EEOB ਵਾਈਟ ਹਾਊਸ ਨਿਊਯਾਰਕ ਐਮਪਾਇਰ ਸਟੇਟ ਬਿਲਡਿੰਗ ਸਮੇਤ ਹਰ ਪਾਸੇ ਤਿਰੰਗੇ ਹੀ ਤਿਰੰਗੇ ਨਜ਼ਰ ਆ ਰਹੇ ਸਨ। ਇਸੇ ਤਰ੍ਹਾਂ ਅਮਰੀਕਾ ਦੇ ਟਾਈਮ ਸਕੁਏਅਰ ਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਪ੍ਰਦਰਸ਼ਿਤ ਕੀਤੀ ਗਈ। ਅਮਰੀਕਾ ਦਾ ਵਰਲਡ ਟ੍ਰੇਡ ਸੈਂਟਰ ਵੀ ਤਿਰੰਗਾਮਈ ਹੋਇਆ ਪਿਆ ਸੀ। ਇਸੇ ਤਰ੍ਹਾਂ ਨਿਆਗਰਾ ਫਾਲਸ, ਐਟਲਾਂਟਾ, ਹਿਊਸਟਨ, ਮਿਨੀਸੋਟਾ, ਲਾਸ ਐਂਜਲਸ ਵਿੱਚ ਸਥਿਤ ਮੰਦਰ ਵਿੱਚ ਵੀ ਲਾਈਟਾਂ ਦੇ ਨਾਲ ਤਿਰੰਗੇ ਵਾਲੀ ਰੌਸ਼ਨੀ ਨਾਲ ਨਹਾਇਆ ਗਿਆ ਸੀ।
ਲੋ ਵਧਦੇ ਹਾਂ ਅਗਲੀ ਖਬਰ ਵੱਲ। ਯੂਕੇ ਵਿੱਚ ਕਿਰਾਏ ਨੂੰ ਲੈ ਕੇ ਸਿੱਖ ਟੈਕਸੀ ਡਰਾਈਵਰ ਦੇ ਕਤਲ ਦਾ ਮਾਮਲਾ, ਇੱਕ ਵਿਅਕਤੀ ਦੋਸ਼ੀ ਕਰਾਰ। ਮੱਧ ਇੰਗਲੈਂਡ ਵਿੱਚ ਸਾਲ 2022 ਵਿੱਚ ਕਿਰਾਏ ਦੇ ਭੁਗਤਾਨ ਦੇ ਤਰੀਕੇ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਸਿੱਖ ਟੈਕਸੀ ਡਰਾਈਵਰ ਦਾ ਕਤਲ ਕਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਟੋਮਾਸ ਮਾਰਗੋਲ ਨੂੰ ਅਕਤੂਬਰ 2022 ਵਿੱਚ ਹੋਈ ਇੱਕ ਘਟਨਾ ਦੌਰਾਨ ਅਨਕ ਸਿੰਘ ਦੇ ਕਤਲ ਦੇ ਲਈ ਇਸ ਹਫ਼ਤੇ ਵਲਵਰਹੈਂਪਟਨ ਕਰਾਊਨ ਕੋਰਟ ਵਿੱਚ ਦੋਸ਼ੀ ਮੰਨਿਆ ਗਿਆ। ਉਸ ਨੂੰ ਅਗਲੇ ਮਹੀਨੇ ਇਸ ਅਪਰਾਧ ਦੇ ਲਈ ਸਜ਼ਾ ਸੁਣਾਈ ਜਾਵੇਗੀ। ਵਲਵਰਹੈਂਪਟਨ ਪੁਲਿਸ CID ਦੇ ਡਿਟੈਕਟਿਵ ਇੰਸਪੈਕਟਰ ਮਿਸ਼ੇਲ ਥਰਗੁਡ ਨੇ ਕਿਹਾ ਹੈ ਕਿ ਇਹ ਹਿੰਸਾ ਦੀ ਇੱਕ ਬੇਤੁਕੀ ਅਤੇ ਦੁਖਦਾਈ ਕਾਰਵਾਈ ਸੀ। ਉਹਨਾਂ ਅੱਗੇ ਕਿਹਾ ਹੈ ਕਿ ਸਿੰਘ ਇੱਕ ਚੰਗੇ ਚਰਿੱਤਰ ਵਾਲੇ, ਕਾਨੂੰਨ ਦੀ ਪਾਲਣਾ ਕਰਨ ਵਾਲੇ ਵਿਅਕਤੀ ਸਨ ਜੋ ਸਿਰਫ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਮੁਸ਼ਕਿਲ ਸਮੇਂ ਵਿੱਚ ਸਾਡੀ ਹਮਦਰਦੀ ਸਿੰਘ ਦੇ ਪਰਿਵਾਰ ਨਾਲ ਹੈ। ਅਦਾਲਤ ਨੇ ਅਨਕ ਸਿੰਘ ਦੇ 30 ਅਕਤੂਬਰ 2022 ਦੀ ਸਵੇਰ ਨੂੰ 9 ਐਲਮਜ਼ ਲੇਨ ਵਿਖੇ ਗੰਭੀਰ ਰੂਪ ਦੇ ਨਾਲ ਜ਼ਖਮੀ ਪਾਏ ਜਾਣ ਅਤੇ ਫਿਰ ਮੌਕੇ ਤੇ ਹੀ ਉਹਨਾਂ ਦੀ ਮੌਤ ਹੋਣ ਦੇ ਮਾਮਲੇ ਦੀ ਸੁਣਵਾਈ ਕੀਤੀ। ਸਿੰਘ ਨੇ ਮਾਰਗੋਲ ਨੂੰ ਆਪਣੀ ਟੈਕਸੀ ਵਿੱਚ ਬਿਠਾਇਆ ਸੀ, ਜਿਸ ਤੋਂ ਬਾਅਦ ਯਾਤਰਾ ਦੇ ਕਿਰਾਏ ਦੇ ਭੁਗਤਾਨ ਦੇ ਤਰੀਕੇ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ ਸੀ। ਇਸ ਤੋਂ ਬਾਅਦ ਮਾਰਗੋਲ ਨੇ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ। ਲੋ ਵਧਦੇ ਹਾਂ ਅਗਲੀ ਖਬਰ ਵੱਲ। ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਉਦੀਆ ਵਿਖੇ ਸਤਿਗੁਰ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ। ਮਹਾਨ ਕ੍ਰਾਂਤੀਕਾਰੀ ਯੁੱਗ ਪੁਰਸ਼, ਸਮਾਜ ਵਿੱਚ ਵਹਿਮਾਂ ਭਰਮਾਂ ਦਾ ਨਾਸ਼ ਕਰਨ ਵਾਲੇ ਇਨਕਲਾਬੀ ਸੰਤ ਸਤਿਗੁਰੂ ਕਬੀਰ ਮਹਾਰਾਜ ਜੀ ਦਾ 625ਵਾਂ ਪ੍ਰਕਾਸ਼ ਦਿਹਾੜਾ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਬਰਗਲੀਵੀ ਸਬਾਉਦੀਆ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਤੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਰਚੀ ਬਾਣੀ ਦੇ ਜਾਪ ਉਪਰੰਤ ਸਜੇ ਵਿਸ਼ਾਲ ਧਾਰਮਿਕ ਦੀਵਾਨ ਤੋਂ ਭਾਈ ਮਨਜੀਤ ਨੇ ਸਤਿਗੁਰੂ ਕਬੀਰ ਸਾਹਿਬ ਜੀ ਦੇ ਇਨਕਲਾਬੀ ਜੀਵਨ ਵਿੱਚ ਕੀਤੀਆਂ ਘਾਲਨਾਵਾਂ ਦਾ ਵਿਸਥਾਰ ਪੂਰਵਕ ਵਰਣਨ ਕਰਦਿਆਂ ਕਿਹਾ ਹੈ ਕਿ ਸਤਿਗੁਰੂ ਕਬੀਰ ਸਾਹਿਬ ਜੀ ਦੀ ਸਮੁੱਚੀ ਬਾਣੀ ਜਿੱਥੇ ਸਭ ਨੂੰ ਮਨੁੱਖਤਾ ਦਾ ਉਪਦੇਸ਼ ਦਿੰਦੀ ਹੈ, ਉੱਥੇ ਹੀ ਸਾਨੂੰ ਸਮਾਜ ਅੰਦਰ ਫੈਲ ਰਹੇ ਵਹਿਮਾਂ ਭਰਮਾਂ ਦਾ ਡਟਵਾਂ ਵਿਰੋਧ ਕਰਨ ਦੇ ਲਈ ਵੀ ਪ੍ਰੇਰਦੀ ਹੈ। ਸਤਿਗੁਰੂ ਦੀ ਬਾਣੀ ਇਹ ਦਰਸਾਉਂਦੀ ਹੈ ਕਿ ਜਿਸ ਇਨਸਾਨ ਦੇ ਘਰ ਬੁੱਢੇ ਮਾਂ-ਬਾਪ ਸੇਵਾ ਦੁੱਖੋਂ ਦੁਖੀ ਹਨ ਅਤੇ ਉਹ ਇਨਸਾਨ ਧਾਰਮਿਕ ਸਥਾਨਾਂ ਉੱਤੇ ਜਾ ਕੇ ਲੰਗਰ ਲਗਾਉਂਦਾ ਅਤੇ ਸੇਵਾ ਕਰਦਾ ਹੈ ਤਾਂ ਉਸ ਲਈ ਇਹ ਸਭ ਕੰਮ ਵਿਅਰਥ ਹਨ, ਕਿਉਂਕਿ ਮਾਂ-ਬਾਪ ਦੀ ਸੇਵਾ ਤੋਂ ਵੱਡਾ ਕੋਈ ਦਾਨ ਪੁੰਨ ਨਹੀਂ। ਇਸ ਮੌਕੇ ਤੇ ਰਾਮ ਆਸਰਾ ਪ੍ਰਧਾਨ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ਤੇ ਕਿਹਾ ਹੈ ਕਿ ਸਾਨੂੰ ਸਤਿਗੁਰੂ ਕਬੀਰ ਸਾਹਿਬ ਜੀ ਦੀ ਬਾਣੀ ਤੋਂ ਸੇਧ ਲੈ ਕੇ ਆਪਣਾ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਕਰਨਾ ਚਾਹੀਦਾ ਹੈ। ਅਜਿਹੇ ਰਹਿਬਰ ਦੁਨੀਆ ਵਿੱਚ ਵਿਰਲੇ ਹੀ ਆਉਂਦੇ ਹਨ। ਇਸ ਮੌਕੇ ਸੰਗਤਾਂ ਦੇ ਲਈ ਮਾਲ ਪੂੜਿਆਂ ਦੇ ਅਟੁੱਟ ਲੰਗਰ ਵੀ ਵਰਤਾਏ ਗਏ। ਲੋ ਵਧਦੇ ਹਾਂ ਅਗਲੀ ਖਬਰ ਵੱਲ। ਦਾਊਦ ਨਾਲ ਗੈਂਗਸਟਰ ਹਾਜੀ ਸਲੀਮ ਦਾ ਕਨੈਕਸ਼ਨ, LTTE ਨੂੰ ਮੁੜ ਕਰ ਰਿਹਾ ਜ਼ਿੰਦਾ। ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਕਰੀਬੀ ਪਾਕਿਸਤਾਨੀ ਗੈਂਗਸਟਰ ਹਾਜੀ ਸਲੀਮ ਇੱਕ ਵਾਰ ਮੁੜ LTTE ਨੂੰ ਜ਼ਿੰਦਾ ਕਰਨ ਦੀ ਫਿਰਾਕ ਵਿੱਚ ਹੈ। ਪਾਕਿਸਤਾਨ ਦੇ ਕਰਾਚੀ ਦਾ ਰਹਿਣ ਵਾਲਾ ਗੈਂਗਸਟਰ ਹਾਜੀ ਭਾਰਤ ਅਤੇ ਸ਼੍ਰੀਲੰਕਾ ਵਿੱਚ ਵੱਡੇ ਪੈਮਾਨੇ ਤੇ ਡਰੱਗਸ ਅਤੇ ਹਥਿਆਰਾਂ ਦੀ ਤਸਕਰੀ ਦੇ ਮਾਧਿਅਮ ਨਾਲ ਵਿਦਰੋਹੀ ਸੰਗਠਨ ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਈਲਮ ਨੂੰ ਮੁੜ ਖੜਾ ਕਰਨ ਵਿੱਚ ਲੱਗਾ ਹੋਇਆ ਹੈ। ਭਾਰਤੀ ਏਜੰਸੀਆਂ ਦੀ ਉਸ ਤੇ ਨਜ਼ਰ ਹੈ। ਇੱਕ ਸੂਤਰ ਨੇ ਦੱਸਿਆ ਹੈ ਕਿ ਪਾਕਿਸਤਾਨ ਦੀ ਜਸੂਸ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ ਦੇ ਸਰਗਰਮ ਸਮਰਥਨ ਨਾਲ ਪਾਕਿਸਤਾਨ ਅਤੇ ਹਿੰਦ ਮਹਾਸਾਗਰ ਵਿੱਚ ਕਰੋੜਾਂ ਡਾਲਰਜ਼ ਦਾ ਡਰੱਗ ਨੈਟਵਰਕ ਚੱਲ ਰਿਹਾ ਹੈ, ਜਿਸ ਦੇ ਪਿੱਛੇ ਦਾਊਦ ਦਾ ਦਿਮਾਗ ਮੰਨਿਆ ਜਾਂਦਾ ਹੈ। ਏਜੰਸੀਆਂ ਨੇ ਹਾਜੀ ਨੂੰ ਹਮੇਸ਼ਾ ਕਰਾਚੀ ਵਿੱਚ ਕਲਿਫਟਨ ਰੋਡ ਸਥਿਤ ਦਾਊਦ ਦੇ ਘਰ ਦੇਖਿਆ ਹੈ ਅਤੇ ਇਹ ਸ਼ੱਕ ਜਤਾਇਆ ਕਿ ਦੋਵੇਂ ਤਸਕਰੀ ਦੇ ਲਈ ਇੱਕ ਦੂਜੇ ਦੇ ਸਰੋਤਾਂ ਦਾ ਉਪਯੋਗ ਕਰ ਰਹੇ ਹਨ। ਭਾਰਤ ਦੀਆਂ ਤਿੰਨ ਏਜੰਸੀਆਂ ਨਾਰਕੋਟਿਕਸ ਕੰਟਰੋਲ ਬਿਊਰੋ, ਰਾਸ਼ਟਰੀ ਜਾਂਚ ਏਜੰਸੀ ਅਤੇ ਮਾਲੀਆ ਅਤੇ ਖੁਫੀਆ ਡਾਇਰੈਕਟੋਰੇਟ ਸਲੀਮ ਦੇ ਨਾਲ ਇਬਰਾਹਿਮ ED ਕੰਪਨੀ ਦੇ ਭਾਰਤੀ ਸੰਪਰਕਾਂ ਦੀ ਪਛਾਣ ਕਰਨ ਅਤੇ ਉਸਦੇ ਪੂਰੇ ਅਪਰਾਧਿਕ ਨੈਟਵਰਕ ਨੂੰ ਖਤਮ ਕਰਨ ਦੇ ਲਈ ਕੰਮ ਕਰ ਰਹੀ ਹੈ। ਪਿਛਲੇ ਮਹੀਨੇ ਇੱਕ ਜੁਆਇੰਟ ਆਪਰੇਸ਼ਨ ਵਿੱਚ NCB ਅਤੇ ਜਲ ਸੈਨਾ ਨੇ ਹਿੰਦ ਮਹਾਸਾਗਰ ਵਿੱਚ ਇੱਕ ਮਦਰਸ਼ਿਪ ਨੂੰ ਰੋਕ ਕੇ 12,000 ਕਰੋੜ ਰੁਪਏ ਦੇ ਮੁੱਲ ਦੀ 2500 ਕਿਲੋਗ੍ਰਾਮ ਉੱਚ ਸ਼ੁੱਧਤਾ ਵਾਲੀ ਮੈਥਮਫੈਟਾਮਾਈਨ ਜ਼ਬਤ ਕੀਤੀ ਸੀ।